ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਪ੍ਰੋਗਰਾਮ ਪ੍ਰਾਈਮ ਕੈਨੇਡਾ ਵਿੱਚ। ਪ੍ਰਾਈਮ ਕੈਨੇਡਾ ਵਿੱਚ ਅਸੀਂ ਕਈ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਰਹਿੰਦੇ ਹਾਂ। ਅੱਜ ਜਿਸ ਵਿਸ਼ੇ ਉੱਪਰ ਅਸੀਂ ਗੱਲ ਕਰ ਰਹੇ ਹਾਂ ਉਹ ਉਹਨਾਂ ਲੋਕਾਂ ਬਾਰੇ ਆ ਜੋ ਆਪਣੀ ਜ਼ਿੰਦਗੀ ਨੂੰ ਸੁਨਹਿਰੀ ਬਣਾਉਣ ਖਾਤਰ, ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਖਾਤਰ ਦੂਜੇ ਦੇਸ਼ਾਂ ਦੀਆਂ ਧਰਤੀਆਂ ਉੱਤੇ ਜਾ ਉਤਰਦੇ ਨੇ। ਪਰ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਸੁਪਨੇ ਉਸ ਵਕਤ ਚਕਨਾਚੂਰ ਹੋ ਜਾਂਦੇ ਆ ਜਦੋਂ ਉਹਨਾਂ ਦਾ ਸੱਚਾਈ ਨਾਲ, ਅਸਲੀਅਤ ਨਾਲ ਮੱਥਾ ਲੱਗਦਾ ਕਿ ਜਿਹੜੀ ਦੁਨੀਆ ਉਹਨਾਂ ਨੇ ਸੋਚੀ ਸੀ ਇਹ ਦੁਨੀਆ ਉਸ ਤੋਂ ਬਿਲਕੁਲ ਉਲਟ ਹੈ, ਕਾਲੀ ਹੈ, ਹਨੇਰੀ ਹੈ, ਜਿਹਦੇ ਵਿੱਚੋਂ ਨਿਕਲਣਾ ਲਗਭਗ ਅਸੰਭਵ ਹੈ। ਪਰ ਜਿਨ੍ਹਾਂ ਵਾਸਤੇ ਹੁੰਦਾ ਕਿ ਇਹ ਲਗਭਗ ਨਿਕਲਣਾ ਅਸੰਭਵ ਹੈ, ਉਹਨਾਂ ਨੂੰ ਰਸਤਾ ਵਿਖਾਉਣ ਵਾਲੇ ਲੋਕ ਵੀ ਦੁਨੀਆ ਵਿੱਚ ਮੌਜੂਦ ਨੇ। ਮੇਰੇ ਨਾਲ ਨੇ ਹਰਨੇਕ ਰੰਧਾਵਾ ਜੋ ਅਜਿਹੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਤੇ ਹੁਣ ਤੱਕ ਕਈ ਦੇਸ਼ਾਂ ਦੇ ਵਿੱਚੋਂ ਕਈ ਲੜਕੀਆਂ ਨੂੰ, ਕਈ ਫਸੇ ਹੋਏ ਨੌਜਵਾਨਾਂ ਨੂੰ, ਉਹਨਾਂ ਨੂੰ ਆਪਣੇ ਵਤਨ ਵਾਪਸ, ਆਪਣੇ ਘਰਾਂ 'ਚ ਵਾਪਸ ਭੇਜ ਚੁੱਕੇ ਨੇ। ਹਰਨੇਕ, ਸਵਾਗਤ ਤੁਹਾਡਾ ਹੈ। ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਔਰ ਬਹੁਤ ਬਹੁਤ ਪ੍ਰਾਈਮ ਏਸ਼ੀਆ ਦਾ ਬਹੁਤ ਧੰਨਵਾਦ ਜੀ। ਹਰਨੇਕ, ਅਸੀਂ ਅਕਸਰ ਖਬਰਾਂ ਖੁਦ ਵੀ ਦਿੰਦੇ ਰਹਿੰਦੇ ਹਾਂ, ਪੜ੍ਹਦੇ ਵੀ ਰਹਿੰਦੇ ਹਾਂ, ਸੁਣਦੇ ਵੀ ਰਹਿੰਦੇ ਹਾਂ, ਦੇਖਦੇ ਵੀ ਰਹਿੰਦੇ ਹਾਂ। ਖਾਸ ਕਰਕੇ ਜਦੋਂ ਦਾ ਸੋਸ਼ਲ ਮੀਡੀਆ ਹੋਂਦ ਵਿੱਚ ਆਇਆ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਖਬਰਾਂ ਬਹੁਤ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਦੂਜੇ ਦੇਸ਼ਾਂ ਵਿੱਚ ਫਸੇ ਹੋਏ ਲੋਕ ਨੇ ਆਪਣੀਆਂ ਦੁੱਖ ਤਕਲੀਫਾਂ ਨੂੰ ਸਾਂਝੀਆਂ ਕਰ ਰਹੇ ਨੇ। ਜੀ ਜੀ। ਹੁਣ ਤੁਸੀਂ ਇਵੇਂ ਤੇ ਤੁਹਾਡੀ ਸੰਸਥਾ ਕਾਫੀ ਜ਼ਿਆਦਾ ਕੋਸ਼ਿਸ਼ ਕਰ ਰਹੀ ਹੈ। ਲੜਕੀਆਂ ਫਸੀਆਂ ਦੁਬਈ ਦੇ ਵਿੱਚ ਜੀ, ਮੈਨੂੰ ਉਹਨਾਂ ਲੜਕੀਆਂ ਦੀ ਕਹਾਣੀ ਇੱਕ ਵਾਰ ਦੱਸੋ, ਕਿਉਂਕਿ ਪ੍ਰਾਈਮ ਏਸ਼ੀਆ ਦੇ ਦਰਸ਼ਕ ਇੱਕ ਵਾਰ ਤੇ ਜਾਣ ਚੁੱਕੇ ਨੇ। ਅੱਜ ਉਹਨਾਂ ਲੜਕੀਆਂ ਦੀ ਕੀ ਸਥਿਤੀ ਕੀ ਹੈ ਜੋ ਫਸ ਗਈਆਂ ਸੀ? ਜੀ। ਸੋ ਸਭ ਤੋਂ ਪਹਿਲਾਂ ਤਾਂ ਆਪ ਦਾ ਬਹੁਤ ਧੰਨਵਾਦ, ਤੁਸੀਂ ਦੁਬਾਰਾ ਟਾਈਮ ਦਿੱਤਾ। ਸੋ ਰੀਸੈਂਟਲੀ ਜੋ ਇਸ ਟਾਈਮ ਦੋ ਕੁੜੀਆਂ ਜਿਨ੍ਹਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ, ਇਹ ਐਕਚੁਅਲੀ ਦੋ ਨਹੀਂ ਹੈ, ਟੋਟਲ 3 ਕੁੜੀਆਂ ਨੇ ਜੀ। ਇਹ ਅੱਜ ਤੋਂ ਕਰੀਬ 2-3 ਮਹੀਨੇ ਪਹਿਲਾਂ ਹੀ ਵਾਪਸ ਗਈਆਂ ਸੀਗੀਆਂ, ਆਪਣਾ ਪਹਿਲੀ ਵਾਰ ਦੁਬਈ ਗਈਆਂ। ਇਹਨਾਂ ਦੇ ਕਿਸੇ ਆਪਣੇ ਰਿਸ਼ਤੇਦਾਰ ਨੇ ਹੀ ਇਹਨਾਂ ਨੂੰ ਦੁਬਈ ਬੁਲਾਇਆ ਸੀ ਜੀ। ਲੇਕਿਨ ਮੋਸਟਲੀ ਜਿੱਦਾਂ ਮੈਂ ਕੱਲ੍ਹ ਪਰਸੋਂ ਲਾਈਵ 'ਤੇ ਵੀ ਗੱਲ ਕਰ ਰਿਹਾ ਸੀ ਕਿ ਜੋ ਦਿਖਦਾ ਹੈ ਉਹ ਐਸਾ ਹੁੰਦਾ ਨਹੀਂ ਬਿਲਕੁਲ, ਔਰ ਅਸਲੀਅਤ ਜਿਹੜੀ ਹੈ ਉੱਥੇ ਜਾ ਕੇ ਜਦੋਂ ਪਤਾ ਲੱਗਦੀ ਹੈ ਤੇ ਉਹ ਬਹੁਤ ਘਿਨਾਉਣੀ ਹੁੰਦੀ ਹੈ। ਉਹ ਉਸ ਚੀਜ਼ ਦਾ ਸਾਨੂੰ ਬਾਅਦ 'ਚ ਪਤਾ ਲੱਗਦਾ ਹੈ। ਸੋ ਇਹ ਜਦੋਂ ਕੁੜੀਆਂ ਉੱਥੇ ਗਈਆਂ ਨੇ, ਇੱਕ ਉਹਨਾਂ ਦੀ ਆਪਣੀ ਰੀਅਲ ਸਿਸਟਰ ਹੀ ਹੈ, ਮਤਲਬ ਆਪਣੀ ਰਿਲੇਟਿਵ ਹੈ ਕੁੜੀ, ਉਹਨਾਂ ਨੇ ਇਹਦਾ ਵੀਜ਼ਾ ਕਢਵਾ ਕੇ ਤੇ ਬੁਲਾਇਆ ਸੀਗਾ। ਲੇਕਿਨ ਉੱਥੇ ਜਾਣ ਤੋਂ ਬਾਅਦ ਜੋ ਇਹਨਾਂ ਨਾਲ ਵਤੀਰਾ ਹੋ ਰਿਹਾ ਉਹ ਇਹ ਕਿ ਇਹ ਕੁੜੀਆਂ ਨੂੰ ਮਤਲਬ ਉੱਥੋਂ ਕਿਸੇ ਏਜੰਟ ਦੇ ਹੱਥੀਂ ਅੱਗੇ ਭੇਜ ਕੇ ਤੇ ਮਤਲਬ ਦੇਹ ਵਪਾਰ ਦੇ ਧੰਦੇ ਵਿੱਚ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਜੀ। ਸੋ ਜਿੱਦਾਂ ਕਿ ਆਪਣੇ ਕਾਫੀ ਵੀਡੀਓਜ਼ ਜੋ ਨੇ ਸੋਸ਼ਲ ਮੀਡੀਆ 'ਤੇ ਹੈਗੇ ਨੇ। ਸੋਸ਼ਲ ਮੀਡੀਆ 'ਤੇ ਜਦੋਂ ਕੋਈ ਇਹੋ ਜਿਹੀ ਕੁੜੀ ਫਸਦੀ ਹੈ ਤੇ ਉਸ ਤੋਂ ਪਹਿਲਾਂ ਤੱਕ ਇਹਨਾਂ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਹੁੰਦਾ। ਲੇਕਿਨ ਜਦੋਂ ਬੰਦਾ ਜਿੱਦਾਂ ਕਹਿੰਦੇ ਕਿ ਡੁੱਬਣ ਲੱਗਦਾ ਤੇ ਫਿਰ ਹੱਥ ਪੈਰ ਮਾਰਦਾ। ਸੋ ਜਦੋਂ ਵੀ ਇਹਨਾਂ ਨੂੰ ਵੀ ਲੱਗਿਆ ਕਿ ਹੁਣ ਸਾਡਾ ਕੰਮ ਖਰਾਬ ਹੈ ਤੇ ਇਹਨਾਂ ਨੇ ਫਿਰ YouTube 'ਤੇ ਜਿੱਦਾਂ ਸਰਚ ਕੀਤਾ ਤੇ ਫਿਰ ਸਾਡਾ ਨੰਬਰ ਆਇਆ। ਸੋ ਜਿੱਦਾਂ ਇਹਨਾਂ ਨੇ ਵੀਡੀਓਜ਼ ਦੇਖੇ ਜਿਹੜੀਆਂ ਪੁਰਾਣੇ ਟਾਈਮਾਂ 'ਚ ਅਸੀਂ ਕੁੜੀਆਂ ਕੱਢੀਆਂ ਸੀਗੀਆਂ, ਉਹਨਾਂ ਦੇ ਜੋ ਵੀਡੀਓਜ਼ ਨੇ ਉਹਨਾਂ ਦੇ ਨਾਲ ਆਪਣਾ ਨੰਬਰ ਵੀ ਹੈ, ਮੇਰਾ ਨੰਬਰ ਹੈ। ਸੋ ਉਹਨਾਂ ਨੇ ਕੰਟੈਕਟ ਕੀਤਾ ਕਿ ਵੀਰੇ ਇਸ ਤਰ੍ਹਾਂ ਗੱਲ ਹੈ। ਲੇਕਿਨ ਉਸ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਕਿ ਉੱਥੋਂ ਜਿੱਥੇ ਫਸੀਆਂ ਸੀਗੀਆਂ ਇਹਨਾਂ ਨੇ ਬਹੁਤ ਵਧੀਆ ਔਰ ਸਟਰੋਂਗ ਐਕਸ਼ਨ ਲਿਆ ਔਰ ਇਹ ਉੱਥੋਂ ਦੌੜੀਆਂ ਤਿੰਨੋਂ ਕੁੜੀਆਂ। ਜਿਸ ਟਾਈਮ ਇਹ ਦੌੜੀਆਂ ਨੇ ਇਹਨਾਂ ਦੇ ਪੈਰਾਂ 'ਚ ਚੱਪਲ ਵੀ ਨਹੀਂ ਸੀ ਤੇ ਪਹੁੰਚ ਗਈਆਂ ਆਪਣਾ ਇੰਡੀਅਨ ਐਮਬੈਸੀ। ਕਿਉਂਕਿ ਅਸੀਂ ਕਈ ਵੀਡੀਓਜ਼ ਦੇ ਵਿੱਚ ਕਿਹਾ ਵੀ ਕੁਝ ਵੀ ਹੋ ਜਾਏ ਤੁਸੀਂ ਇੱਕ ਵਾਰ ਇੰਡੀਅਨ ਐਮਬੈਸੀ ਜਾ ਕੇ ਖੜੇ ਹੋ ਜਾਓ, ਫਿਰ ਨੋਬਡੀ ਕੈਨ ਡੂ ਐਨੀਥਿੰਗ ਟੂ ਯੂ। ਸੋ ਕੁਦਰਤੀ ਰੱਬ ਦਾ ਭਾਣਾ ਐਸਾ ਕਿ ਜੋ ਮੇਰਾ ਗਰੁੱਪ ਹੈ ਹਰਨੇਕ ਰੰਧਾਵਾ ਹੈਲਪਲਾਈਨ ਕੈਨੇਡਾ, ਇਹਦਾ ਇੱਕ ਜੋ ਸਾਡਾ ਵੀਰ, ਜਿਹੜਾ ਸਾਡਾ ਗਰੁੱਪ ਮੈਂਬਰ ਹੈ, ਉਹ ਕਿਸੇ ਹੋਰ ਕੰਮ ਦੇ ਨਾਲ ਉਸ ਟਾਈਮ ਦੁਬਈ ਐਮਬੈਸੀ ਦੇ ਵਿੱਚ ਮੌਜੂਦ ਸੀ ਜੀ। ਸੋ ਇਹਨਾਂ ਨੇ ਉਸ ਵੀਰ ਨੂੰ ਦੱਸਿਆ ਤਾਂ ਉਹਨੇ ਵੀਰ ਨੇ ਦੱਸਿਆ ਕਿ ਮੈਂ ਰੰਧਾਵਾ ਗਰੁੱਪ ਤੋਂ ਹੀ ਹਾਂ, ਤੁਹਾਨੂੰ ਕੋਈ ਦਿੱਕਤ ਨਹੀਂ, ਹੁਣ ਤੁਸੀਂ ਦੱਸੋ। ਫਿਰ ਉਹਨਾਂ ਨੇ ਕਾਫੀ ਹੈਲਪ ਵੀ ਕੀਤੀ। ਐਮਬੈਸੀ ਵਾਲਿਆਂ ਨੇ ਸਾਰੀ ਰਿਪੋਰਟ ਜੋ ਸੀ ਉਹਨਾਂ ਨੇ ਲਿਖ ਲਈ। ਔਰ ਉਸ ਤੋਂ ਬਾਅਦ ਇਸ ਟਾਈਮ ਜੋ ਹਾਲਾਤ ਇਹ ਹੈ ਕਿ ਉਹ ਵੀਰ ਸਭ ਤੋਂ ਪਹਿਲਾਂ ਤਾਂ ਆਪਣੇ ਨਾਲ ਲੈ ਗਿਆ ਉਹ ਭੈਣਾਂ ਨੂੰ, ਸਾਨੂੰ ਇਨਫੋਰਮ ਕੀਤਾ ਕਿ ਵੀਰ ਜੀ ਇੱਦਾਂ ਦਾ ਗੱਲ ਹੈ ਔਰ ਮੈਂ ਇਹਨਾਂ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਸੀ। ਫਿਰ ਜੋ ਉਹਨਾਂ ਦਾ ਖਾਣਾ ਪੀਣਾ, ਕੱਪੜਾ, ਸਭ ਤੋਂ ਪਹਿਲਾਂ ਚੱਪਲਾਂ ਦਵਾਈਆਂ, ਹੋਰ ਜੋ ਕੱਪੜੇ ਜ਼ਰੂਰ ਸੀਗੀ, ਜੋ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ਾਂ ਸੀਗੀਆਂ ਉਹ ਦਵਾਈਆਂ ਭੈਣ ਨੂੰ। ਔਰ ਉਸ ਤੋਂ ਬਾਅਦ ਸਾਡੇ ਗਰੁੱਪ ਮੈਂਬਰ ਨੇ ਉਹਨੂੰ ਆਪਣੇ ਕੋਲ ਲਿਜਾ ਕੇ ਤੇ ਉੱਥੇ ਆਪਣੇ ਕੋਲ ਰੱਖਿਆ। ਔਰ ਹੁਣ ਜੋ ਰੀਸੈਂਟ ਅਪਡੇਟ ਹੈ, ਇੱਕ ਦੁਬਈ ਦੇ ਵਿੱਚ ਰੀਸੈਂਟ ਮਤਲਬ ਆਪਣਾ ਇੱਕ ਗੁਰਸਿੱਖ ਫੈਮਿਲੀ ਹੈ, ਗੁਰਸਿੱਖ ਫੈਮਿਲੀ ਨੇ ਉਹਨਾਂ ਨੂੰ ਆਪਣੇ ਘਰ ਪਨਾਹ ਦਿੱਤੀ ਹੋਈ ਹੈ ਜੀ। ਕੱਲ੍ਹ ਜਦੋਂ ਵੀਰੇਂਦਰ ਸਿੰਘ ਉਹਨਾਂ ਦਾ ਨਾਮ ਹੈ ਸਰਦਾਰ ਜੀ ਦਾ, ਜੋ ਕਿ ਦਿੱਲੀ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਭਾਜੀ ਪਰਮਾਤਮਾ ਦੀ ਇਹੋ ਜਿਹੀ ਕਿਰਪਾ ਹੈ ਕਿ ਵਾਹਿਗੁਰੂ ਨੇ ਮੈਨੂੰ ਐਡਾ ਵੱਡਾ ਘਰ ਦਿੱਤਾ ਕਿ ਅਸੀਂ ਘਰ ਦੇ ਵਿੱਚ ਤਾਂ 5 ਜੀ ਹਾਂ, ਬਟ ਇਹੋ ਜਿਹੇ ਆਣੇ ਜਾਣੇ ਵਾਲਿਆਂ ਦੇ ਕਰਕੇ ਅਸੀਂ ਹਮੇਸ਼ਾ 15 ਤੋਂ 20 ਬੰਦੇ ਰਹਿੰਦੇ ਹਾਂ ਘਰ ਦੇ ਵਿੱਚ। ਅੱਛਾ ਜੀ। ਸੋ ਹੁਣ ਉਹ ਦੋਨੋਂ ਭੈਣਾਂ ਦਾ ਸਵੇਰੇ ਵੀ ਮੈਨੂੰ ਮੈਸੇਜ ਆਇਆ ਕਿ ਵੀਰ ਜੀ ਅਸੀਂ ਬਹੁਤ ਵਧੀਆ ਰਹਿ ਰਹੇ ਹਾਂ, ਸਾਨੂੰ ਗੁਰਸਿੱਖ ਫੈਮਿਲੀ ਹੈ, ਸਾਰਾ ਦਿਨ ਕੀਰਤਨ ਜੋ ਮਤਲਬ ਰੱਬ ਦਾ ਨਾਮ ਇੱਥੇ ਚੱਲਦਾ। ਸੋ ਬਸ ਹੁਣ ਸਾਨੂੰ ਇਹ ਹੈ ਕਿ ਕਿਸ ਤਰੀਕੇ ਜੋ ਪਾਸਪੋਰਟ ਹੈ ਉੱਥੋਂ ਨਿਕਲ ਆਉਣ ਤੇ ਅਸੀਂ ਆਪਣੇ ਘਰ ਨੂੰ ਮੁੜ ਜਾਈਏ ਜੀ। ਤੇ ਆਓ ਪਹਿਲਾਂ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਲੜਕੀਆਂ ਕੀ ਕਹਿ ਰਹੀਆਂ ਨੇ। ਇਹਨਾਂ ਦੀ ਪਹਿਚਾਣ ਅਸੀਂ ਨਸ਼ਰ ਇਸ ਕਰਕੇ ਨਹੀਂ ਕਰ ਪਾ ਰਹੇ ਕਿਉਂਕਿ ਹੋ ਸਕਦਾ ਕਿ ਸਮਾਜ ਦੇ ਵਿੱਚ ਕਈ ਲੋਕ ਇਹਨੂੰ ਗਲਤ ਤਰੀਕੇ ਦੇ ਨਾਲ ਦੇਖ ਲੈਣ, ਲੜਕੀਆਂ ਦੇ ਮੂੰਹ ਢੱਕੇ ਹੋਣਗੇ। ਪਰ ਆਓ ਸੁਣਦੇ ਹਾਂ ਕਿ ਇਹਨਾਂ ਨੇ ਕੀ ਆਖਿਆ। ਹਾਂਜੀ, ਤੁਸੀਂ ਆਪਣੇ ਕਿਹੜੀ ਡੇਟ ਨੂੰ ਆਏ ਸੀਗੇ ਬੀਬੀ ਇੱਥੇ ਦੁਬਈ ਦੇ ਵਿੱਚ? 14 ਮਾਰਚ। ਠੀਕ ਹੈ ਜੀ। ਤੇ ਤੁਹਾਡਾ ਏਜੰਟ ਕੌਣ ਸੀਗਾ ਤੇ ਤੁਹਾਨੂੰ ਕਿਹਨੇ ਸੱਦਿਆ ਸੀਗਾ?
ਸਾਡੀ ਏਜੰਟ ਕਿਰਨ ਆ, ਜੋ ਕਿ ਠੀਕ ਜ਼ਿਲ੍ਹਾ ਜਲੰਧਰ, ਤਹਿਸੀਲ ਨਕੋਦਰ, ਪਿੰਡ ਗਾਂਦਰਾ ਦੀ ਰਹਿਣ ਵਾਲੀ ਆ। ਠੀਕ ਹੈ ਜੀ। ਉਸਨੇ ਹੀ ਸਾਨੂੰ ਇੱਧਰ ਦੁਬਈ ਬੁਲਾਇਆ ਸੀ ਜੌਬ ਲਈ। ਅੱਛਾ ਜੀ, ਕਾਹਦੀ ਜੌਬ ਲਈ? ਉਸਨੇ ਸਾਨੂੰ ਮਾਲ ਦੀ ਜੌਬ ਲਈ ਬੁਲਾਇਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਉਸਨੇ ਸਾਨੂੰ ਮਤਲਬ ਕਿ ਇੱਥੇ ਆ ਕੇ ਗਲਤ ਧੰਦੇ ਦੇ ਵਿੱਚ ਫਸਾ ਦਿੱਤਾ। ਠੀਕ ਹੈ ਜੀ। ਤੇ ਉਸਨੇ ਜਦੋਂ ਸਾਨੂੰ ਕਿਹਾ ਕਿ ਤੁਹਾਨੂੰ ਇੱਥੇ ਆ ਕੇ ਇਹੀ ਤੁਹਾਡੀ ਜੌਬ ਹੈ, ਤੁਹਾਨੂੰ ਜੀ। ਇਹ ਜੋ ਵੀ ਮੈਂ ਕੰਮ ਕਰਾ ਰਹੀ ਹਾਂ ਤੁਹਾਨੂੰ ਕਰਨੇ ਪੈਣੇ ਨੇ। ਹਾਂਜੀ। ਅਸੀਂ ਉਸਨੂੰ ਮਨਾ ਕਰ ਦਿੱਤਾ ਕਿ ਹਾਂਜੀ। ਅਸੀਂ ਜੋ ਤੂੰ ਧੰਦਾ ਕਰਾ ਰਹੀ ਹੈ ਅਸੀਂ ਉਹ ਨਹੀਂ ਕਰ ਸਕਦੀਆਂ। ਹਾਂਜੀ। ਤੇ ਫਿਰ ਉਸਨੇ ਸਾਨੂੰ ਮਤਲਬ ਕਿ ਇਹ ਕੰਮ ਕਰਨ ਲਈ ਜ਼ਬਰਦਸਤੀ ਕੀਤੀ ਸਾਡੇ ਨਾਲ, ਪਰ ਅਸੀਂ ਫਿਰ ਵੀ ਉੱਥੋਂ ਬਚਾ ਕੇ ਉੱਥੋਂ ਨਿਕਲ ਆਈਆਂ ਜਿੱਥੇ ਉਸਨੇ ਸਾਨੂੰ ਫਸਾ ਕੇ ਰੱਖਿਆ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਸਾਨੂੰ ਇੱਕ ਪੰਜਾਬੀ ਵੀਰ ਮਿਲੇ ਜਿਨ੍ਹਾਂ ਦੇ ਕੋਲ ਇਸ ਟਾਈਮ ਅਸੀਂ ਰਹਿ ਰਹੀਆਂ ਆ। ਠੀਕ ਹੈ ਜੀ। ਉਸ ਤੋਂ ਬਾਅਦ ਸਾਡਾ ਕਨੈਕਟ ਹਰਨੇਕ ਸਿੰਘ ਰੰਧਾਵਾ ਦੀ ਟੀਮ ਦੇ ਨਾਲ ਹੋਇਆ। ਠੀਕ ਹੈ ਜੀ। ਤੇ ਉਹਨਾਂ ਨੇ ਸਾਡੀ ਮਤਲਬ ਕਿ ਹੈਲਪ ਕਰਨਾ ਚਾਹੁੰਦੇ ਨੇ ਸਾਡੀ। ਉਹ ਠੀਕ ਹੈ ਜੀ। ਸਾਡੀ ਉਹਨਾਂ ਦੇ ਅੱਗੇ ਇੱਕ ਰਿਕਵੈਸਟ ਹੈ ਠੀਕ ਹੈ ਜੀ। ਕਿ ਸਾਡੇ ਜੋ ਵੀ ਸਾਡਾ ਹੱਕ ਹੈ ਉਹ ਸਾਨੂੰ ਦਿਵਾਇਆ ਜਾਵੇ। ਹਾਂਜੀ। ਜੋ ਕਿਰਨ ਨਾਂ ਦੀ ਲੜਕੀ ਹੈ ਸਾਡੀ ਏਜੰਟ, ਹਾਂਜੀ। ਉਹ ਮਤਲਬ ਕਿ ਸਾਨੂੰ ਇਹ ਬਲੈਕਮੇਲ ਕਰ ਰਹੀ ਹੈ ਬਾਰ-ਬਾਰ ਕਹਿ ਕੇ ਕਿ ਜਾਂ ਤਾਂ ਤੁਸੀਂ ਆਪਣੇ ਪਾਸਪੋਰਟ ਜੇ ਵਾਪਸ ਲੈਣਾ ਚਾਹੁੰਦੀਆਂ, ਹਾਂਜੀ। ਇੰਡੀਆ ਵਾਪਸ ਜਾਣਾ ਚਾਹੁੰਦੀਆਂ, ਜੋ ਤੁਹਾਡੇ ਤੋਂ ਮੈਂ ਧੰਦਾ ਕਰਵਾ ਰਹੀ ਹਾਂ ਜਾਂ ਤਾਂ ਉਹ ਕਰੋ ਤੁਸੀਂ, ਅੱਛਾ ਜੀ। ਜਾਂ ਤੁਸੀਂ ਪੈਸੇ ਭਰ ਕੇ ਆਪਣੇ ਪਾਸਪੋਰਟ ਵਾਪਸ ਲੈ ਕੇ ਜਾਓ, ਨਹੀਂ ਤਾਂ ਮੈਂ ਤੁਹਾਡੇ ਪਾਸਪੋਰਟ ਨੇ ਜੇ ਪਾੜ ਦੇਣੇ ਨੇ ਤੇ ਤੁਸੀਂ ਕਦੀ ਵੀ ਇੰਡੀਆ ਵਾਪਸ ਨਹੀਂ ਜਾ ਸਕਦੀਆਂ। ਇਸ ਕਰਕੇ ਸਾਡੀ ਹਰਨੇਕ ਸਿੰਘ ਰੰਧਾਵਾ ਦੀ ਟੀਮ ਅਤੇ ਪੰਜਾਬ ਗਵਰਨਮੈਂਟ ਅਤੇ ਦੁਬਈ ਗਵਰਨਮੈਂਟ ਅੱਗੇ ਰਿਕਵੈਸਟ ਆ ਕਿ ਜੋ ਵੀ ਸਾਡਾ ਹੱਕ ਆ ਸਾਨੂੰ ਵਾਪਸ ਦਿਵਾਇਆ ਜਾਵੇ। ਹਾਂਜੀ। ਅਸੀਂ ਇਹੋ ਜਿਹਾ ਧੰਦਾ ਨਹੀਂ ਕਰ ਸਕਦੀਆਂ। ਠੀਕ ਹੈ। ਠੀਕ ਹੈ, ਸਾਨੂੰ ਘਰ ਵਾਪਸ ਭੇਜਿਆ ਜਾਵੇ ਜਲਦੀ ਤੋਂ ਜਲਦ। ਤੇ ਇੱਕ ਮੇਰੀ ਹੋਰ ਰਿਕਵੈਸਟ ਹੈ ਕਿ ਇਸ ਟਾਈਮ ਅਸੀਂ ਮਤਲਬ ਕਿ ਦੁਬਈ ਦੇ ਵਿੱਚ ਰਹਿ ਰਹੀਆਂ, ਸਾਡੇ ਤੋਂ ਕੋਈ ਵੀ ਨਾ ਤੋਂ ਖਾਣ ਦਾ ਪ੍ਰਬੰਧ ਨਾ ਤੋਂ ਰਹਿਣ ਦਾ ਪ੍ਰਬੰਧ ਆ। ਮੇਰੀ ਇਹੀ ਰਿਕਵੈਸਟ ਆ, ਸਾਡਾ ਜਦ ਤੱਕ ਅਸੀਂ ਇੰਡੀਆ ਵਾਪਸ ਨਹੀਂ ਜਾ ਸਕਦੀਆਂ ਲੋਕਡਾਊਨ ਦਾ ਕਰਕੇ ਸਾਡਾ ਖਾਣ ਦਾ ਤੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਵੇ ਅਤੇ ਸਾਨੂੰ ਜਲਦ ਤੋਂ ਜਲਦ ਇੰਡੀਆ ਵਾਪਸ ਭੇਜਿਆ ਜਾਵੇ। ਤੇ ਮੇਰੀ ਇੱਕ ਪੰਜਾਬੀ ਭੈਣਾਂ ਨੂੰ ਇੱਕ ਹੋਰ ਰਿਕਵੈਸਟ ਆ, ਜਿਹੜੀਆਂ ਵੀ ਮਤਲਬ ਕਿ ਦੁਬਈ ਆਉਣ ਲਈ ਤਿਆਰ ਨੇ ਜਾਂ ਆਉਣਾ ਚਾਹੁੰਦੀਆਂ ਨੇ, ਮੇਰੀ ਉਹਨਾਂ ਅੱਗੇ ਇੱਕ ਇਹੀ ਰਿਕਵੈਸਟ ਆ ਕਿ ਮਤਲਬ ਕਿ ਉਹ ਜਿਹੜੇ ਵੀ ਵਰਕ ਲਈ ਆਉਂਦੀਆਂ ਨੇ ਪਹਿਲਾਂ ਉਹ ਵਰਕ ਜਾਂ ਜੌਬ ਜੋ ਵੀ ਹੈ ਉਹ ਕਲੀਅਰ ਕੀਤਾ ਜਾਵੇ ਕਿ ਉਹ ਕੰਮ ਹੈਗਾ ਕੀ ਹੈ। ਹਰਨੇਕ ਜੀ, ਅਸੀਂ ਇਹਨਾਂ ਲੜਕੀਆਂ ਦੀ ਗੱਲ ਸੁਣੀ ਜੀ, ਕਿੱਦਾਂ ਫਸ ਜਾਂਦੇ ਨੇ ਲੋਕ? ਅਕਸਰ ਤੇ ਜ਼ਿਆਦਾਤਰ ਕੋਸ਼ਿਸ਼ ਕਰਦੇ ਨੇ, ਜੇ ਪੰਜਾਬ ਵਾਲਿਆਂ ਦੀ ਗੱਲ ਕਰੀਏ, ਕਿ ਉਹ ਕੈਨੇਡਾ, ਅਮਰੀਕਾ, ਇੰਗਲੈਂਡ ਆਉਣਾ ਚਾਹੁੰਦੇ ਨੇ ਜੀ। ਦੁਬਈ ਵੱਲ ਦਾ ਰਸਤਾ ਕਿੱਦਾਂ ਖੁੱਲਦਾ, ਉਧਰ ਨੂੰ ਕਿਵੇਂ ਚੱਲ ਪੈਂਦੀਆਂ ਲੜਕੀਆਂ? ਇਹਦਾ ਜੋ ਮੇਨ ਰੀਜ਼ਨ ਜੋ ਇੰਨੇ ਸਾਲਾਂ 'ਚ ਮੈਂ ਦੇਖਿਆ ਕਿ ਹਰ ਬੰਦੇ ਦੀ ਇੱਕ ਆਪਣੀ ਜੇਬ ਹੈ ਜੀ। ਹਰ ਬੰਦੇ ਦਾ ਇੱਕ ਇੰਨਾ ਕੁ ਹਿੱਲਾ ਵਸੀਲਾ ਹੈ ਕਿ ਉਹ ਕਿੰਨੇ ਕੁ ਪੈਸੇ ਦਾ ਇੰਤਜ਼ਾਮ ਕਰਕੇ ਕਿਤੇ ਜਾ ਸਕਦਾ ਜੀ। ਹਰ ਘਰ ਦੀ ਇੱਕ ਆਰਥਿਕ ਹਾਲਾਤ ਹੈ। ਕੋਈ ਬੰਦਾ ਅਮਰੀਕਾ, ਕੈਨੇਡਾ ਮਤਲਬ ਸਿੱਧੇ ਪੈਸੇ ਜਿੱਦਾਂ ਕਾਫੀ ਪੈਸੇ ਲਗਾ ਕੇ ਆਉਣ ਦੀ ਹਿੰਮਤ ਰੱਖਦਾ ਹੈ, ਤੇ ਕੁਝ ਇਹੋ ਜਿਹੇ ਪਰਿਵਾਰ ਹੁੰਦੇ ਨੇ ਕਿ ਜਿਹੜੇ ਕਿ ਅਗਰ ਸਿਰਫ ਟਿਕਟ ਵੀ ਲੈਣੀ, ਅਗਰ ਦੁਬਈ ਦੀ ਟਿਕਟ ਵੀ ਲੈਣੀ ਪੈ ਜੇ ਤਾਂ ਉਹਨਾਂ ਵਾਸਤੇ ਬਹੁਤ ਔਖੀ ਆ ਜੀ। ਸੋ ਹਰ ਪਰਿਵਾਰ ਦੀ ਆਪਣੇ ਆਪਣੇ ਆਰਥਿਕ ਹਾਲਾਤ ਨੇ, ਲੇਕਿਨ ਤੁਹਾਨੂੰ ਪਤਾ ਹੈ ਕਿ ਕਾਫੀ ਸਾਲਾਂ ਤੋਂ ਜੋ ਸਿਚੁਏਸ਼ਨਾਂ ਰਹੀਆਂ ਨੇ ਔਰ ਪੰਜਾਬ ਦੀ ਦੇਖਿਆ ਜਾਏ ਤਾਂ ਕੋਈ ਬਹੁਤ ਵਧੀਆ ਹਾਲਤ ਨਹੀਂ ਇਸ ਟਾਈਮ ਜੀ। ਸੋ ਜੋ ਗਰੀਬ ਹੈ ਉਹ ਦਿਨ ਪਰ ਦਿਨ ਜੋ ਹੈ ਉਹ ਗਰੀਬ ਹੁੰਦਾ ਜਾ ਰਿਹਾ, ਤੇ ਜਿਹੜਾ ਅਮੀਰ ਹੈ ਉਹ ਹੋਰ ਉੱਪਰ ਨੂੰ ਜਾ ਰਿਹਾ। ਸੋ ਹਰ ਬੰਦਾ ਚਾਹੁੰਦਾ, ਜਦੋਂ ਦੇਖਦਾ ਚਕਾਚੌਂਧ ਦੇਖਦਾ, ਸਵੇਰ ਤੋਂ ਸ਼ਾਮ ਤੱਕ ਟੀਵੀ ਤੇ ਪ੍ਰੋਗਰਾਮ ਦੇਖਦਾ ਕੀ ਹੋ ਰਿਹਾ ਦੁਨੀਆ ਤੇ, ਫਿਰ ਉਹਨਾਂ ਨੂੰ ਇਹ ਜਾਗਦਾ ਕਿ ਅਸੀਂ ਵੀ ਕਿਤੇ ਬਾਹਰ ਜਾਈਏ, ਕੰਮ ਕਰੀਏ ਤੇ 4 ਪੈਸੇ ਕਮਾਈਏ, ਸਾਡੇ ਵੀ ਘਰ ਦੀ ਆਰਥਿਕ ਹਾਲਾਤ ਜੋ ਹੈ ਉਹ ਚੰਗੀ ਹੋਵੇ। ਸੋ ਇਸ ਦੌਰਾਨ ਜਿਹੜਾ ਸਭ ਤੋਂ ਵੱਡਾ ਰੋਲ ਜੋ ਮੈਂ ਇਹਨਾਂ ਟਾਈਮ ਦੇ ਵਿੱਚ ਜੋ ਮੈਂ ਓਬਜ਼ਰਵ ਕੀਤਾ ਉਹ ਇਹ ਹੈ ਕਿ ਜਿਹੜੇ ਆਪਣੇ ਪੰਜਾਬ ਦੇ ਵਿੱਚ ਛੋਟੇ ਛੋਟੇ ਚੈਨਲ ਚੱਲਦੇ ਆ, ਜਿਹੜੇ ਸਿਟੀ ਟਾਈਪ ਦੇ ਜਿਹੜੇ ਚੈਨਲ ਹੁੰਦੇ, ਕੇਬਲ ਚੈਨਲ ਟਾਈਪਸ ਵੀ ਸਮਝ ਲਓ, ਉਹਨਾਂ ਦੇ ਵਿੱਚ ਜਿੰਨੀ ਇੱਕ ਸਕਰੋਲਿੰਗ ਪੱਟੀ ਚੱਲਦੀ ਰਹਿੰਦੀ ਹੈ, ਉਹਦੇ ਵਿੱਚ ਸਾਰਾ ਦਿਨ ਲੋਕਲ ਜਿਹੜੇ ਹੁੰਦੇ ਨੇ ਉਹ ਇਸ਼ਤਿਹਾਰ ਦਿੰਦੇ ਰਹਿੰਦੇ ਨੇ, ਏਜੰਟ ਤੁਹਾਨੂੰ ਦੁਬਈ ਭੇਜ ਦਿੰਦੇ ਆ, ਇੱਥੇ ਭੇਜ ਦਿੰਦੇ, ਉੱਥੇ ਭੇਜ ਦਿੰਦੇ ਆ। ਸੋ ਹੁੰਦਾ ਕੀ ਹੈ ਕਿ ਜਦੋਂ ਇੱਕ ਚੀਜ਼ ਆਪਾਂ 24 ਘੰਟੇ ਆਪਣੀਆਂ ਅੱਖਾਂ ਦੇ ਮੂਹਰੇ ਨਿਕਲਦੇ ਆ, ਦੇਖਦੇ ਆ, ਤੇ ਫਿਰ ਸਾਨੂੰ ਇਹ ਲੱਗਦਾ ਯਾਰ ਦੇਖੋ ਹੋਰ ਵੀ ਤਾਂ ਜਾਂਦੇ ਹੋਣੇ ਨੇ। ਤੇ ਫਿਰ ਅਸੀਂ ਅਗਰ ਇਹੋ ਜਿਹਾ ਕੋਈ ਕੇਸ ਦੇਖਿਆ ਵੀ ਹੁੰਦਾ ਜਿਹਦੇ 'ਚ ਕੋਈ ਧੀ ਭੈਣ ਫਸੀ ਹੈ, ਬਹੁਤ ਔਖੀ ਔਰ ਪਰੇਸ਼ਾਨੀ ਨਾਲ ਨਿਕਲੀ ਹੈ, ਫਿਰ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਥਰੂ ਕੋਈ ਇੱਕ ਅੱਧੀ ਫਸ ਗਈ ਹੋਣੀ ਹੈ, ਤੇ ਚਲੋ ਆਪਾਂ ਟਰਾਈ ਕਰਦੇ ਹਾਂ। ਸੋ ਲੋਕ ਉਹ ਟਰਾਈ ਕਰਦੇ ਨੇ, ਤੇ ਏਜੰਟ ਤੁਹਾਨੂੰ ਪਤਾ ਉਹ ਅੱਗੋਂ ਪਹਿਲਾਂ ਹੀ ਧੂਰਤ ਨੇ, ਉਹੀ ਸੋਚਦੇ ਨੇ ਕਿ ਬਸ ਹੁਣ ਮੁਰਗੀ ਫਸੀ ਹੈ, ਹੁਣ ਆਪਾਂ ਜੋ ਹੈ ਕੰਮ ਕਰ ਸਕਦੇ ਹਾਂ। ਸੋ ਇਸ ਤਰੀਕੇ ਨਾਲ ਹੁੰਦਾ ਕੀ ਹੈ, ਗਰੀਬ ਦੀ ਜਿੰਨੀ ਕੁ ਪੋਕਟ ਹੁੰਦੀ ਹੈ ਉਸ ਹਿਸਾਬ ਨਾਲ ਉਹ ਆਪਣੀ ਕੰਟਰੀ ਪ੍ਰੈਫਰ ਕਰਦਾ ਹੈ। ਕੋਈ ਸੋਚਦਾ ਹੈ ਕਿ ਮੈਂ ਮਤਲਬ ਜਿੱਦਾਂ ਹੁਣ ਨੇਪਾਲ ਵਾਲੇ ਨੇ ਉਹ ਸੋਚਦੇ ਨੇ ਕਿ ਅਸੀਂ ਇੰਡੀਆ ਆ ਜਾਈਏ, ਇੰਡੀਆ ਵਾਲੇ ਸੋਚਦੇ ਦੁਬਈ ਚਲੇ ਜਾਈਏ, ਦੁਬਈ ਵਾਲੇ ਸੋਚਦੇ ਨੇ ਅਸੀਂ ਕੈਨੇਡਾ ਆ ਜਾਈਏ। ਸੋ ਇੱਕ ਸਰਕਲ ਬਣਿਆ ਹੋਇਆ, ਲੇਕਿਨ ਉਹੀ ਹੈ ਕਿ ਹਰ ਬੰਦੇ ਨੂੰ ਅੰਦਰੋਂ ਇਹੀ ਹੁੰਦਾ ਹੈ ਕਿ ਅਸੀਂ ਆਪਣੇ ਘਰ ਦੇ ਹਾਲਾਤ ਸੁਧਾਰੀਏ।
ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਜਿਹੜੀਆਂ ਲੜਕੀਆਂ ਦੁਬਈ ਜਾ ਕੇ ਫਸਦੀਆਂ ਆਮ ਤੌਰ ਤੇ ਗਰੀਬ ਘਰਾਂ ਦੀਆਂ ਕੁੜੀਆਂ ਹੁੰਦੀਆਂ। ਮੋਸਟਲੀ ਜਿੰਨੀਆਂ ਵੀ ਕੁੜੀਆਂ ਅੱਜ ਤੱਕ ਸਾਡੇ ਨਾਲ ਰਹੀਆਂ ਨੇ, ਉਹ ਤੁਸੀਂ ਐ ਸਮਝ ਲਓ ਕਿ ਸ਼ੌਂਕ ਵਾਲਾ ਤਾਂ ਕੰਮ ਕੋਈ ਨਹੀਂ। ਅਗਰ ਕੋਈ ਇਹ ਸੋਚਦਾ ਹੈ ਕਿ ਮੈਂ ਕੁੜੀਆਂ ਸ਼ੌਂਕੀਆਂ ਗਈਆਂ ਤਾਂ ਸ਼ੌਂਕੀਆਂ ਜਾਣੇ ਵਾਲਾ ਮੇਰੇ ਹਿਸਾਬ ਨਾਲ ਕੋਈ 1 ਜਾਂ 2% ਹੋਣਾ ਹੈ। ਅਦਰਵਾਈਜ਼ ਮੋਸਟਲੀ ਕੁੜੀਆਂ ਜਿਹੜੀਆਂ ਬਹੁਤ ਗਰੀਬ ਘਰਾਂ ਤੋਂ ਨੇ, ਜਿਨ੍ਹਾਂ ਦੇ ਘਰ ਪਰਿਵਾਰ ਦੇ ਮਜ਼ਦੂਰੀ ਕਰਦੇ ਨੇ, ਜਾਂ ਜਿਨ੍ਹਾਂ ਦੇ ਘਰ ਪਰਿਵਾਰ ਪ੍ਰੋਬਲਮ ਹੈ, ਜਾਂ ਕੋਈ ਡਿਵੋਰਸ ਹੀ ਹੈ, ਜਾਂ ਕੋਈ ਜਿਹਦਾ ਫਾਦਰ ਸਾਹਿਬ ਨਹੀਂ ਹੈ, ਜਾਂ ਮਦਰ ਨਹੀਂ ਹੈ, ਜਾਂ ਕੋਈ ਭਰਾ ਨਹੀਂ ਹੈ, ਜਾਂ ਘਰ ਦੇ ਵਿੱਚ ਕੋਈ ਬਿਮਾਰੀ ਸ਼ਮਾਰੀ ਹੈ, ਕੋਈ ਬੱਚਾ। ਕਿਉਂਕਿ ਰੀਸੈਂਟਲੀ ਜੋ ਅਸੀਂ ਕੇਸਿਸ ਦੇਖਦੇ ਹਾਂ ਉਹਦੇ ਵਿੱਚ ਕਿਸੇ ਦੇ ਬੱਚੇ ਨੂੰ ਬਹੁਤ ਸੀਵੀਅਰ ਬਿਮਾਰੀ ਹੈ, ਉਹ ਆਪਣੇ ਹਸਬੈਂਡ ਨੂੰ ਉੱਥੇ ਛੱਡ ਕੇ ਤੇ ਉਹ ਆਪ ਆਈ ਹੋਈ ਹੈ, ਜਾਂ ਕਿਸੇ ਦੇ ਘਰ ਕੋਈ ਹੋਰ ਪ੍ਰੋਬਲਮ ਹੈ। ਸੋ ਇਹ ਜੋ ਆਪਣਾ ਡੇ ਟੂ ਡੇ ਲਾਈਫ ਦੇ ਵਿੱਚ ਪ੍ਰੋਬਲਮ ਫੇਸ ਕਰਦੀਆਂ ਆ, ਉਹਨਾਂ ਦੇ ਵਿੱਚੋਂ ਹੀ ਇਹ ਨਿਕਲ ਕੇ ਉਹ ਅੱਗੇ ਸਟੈਪ ਤੇ ਆ ਕੇ ਆਪਣੀ ਆਰਥਿਕ ਹਾਲਤ ਸੁਧਾਰਨ ਵਾਸਤੇ ਇਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਆ, ਲੇਕਿਨ ਹੈ ਮੋਸਟਲੀ ਗਰੀਬ ਘਰਾਂ ਤੋਂ। ਜੀ ਹਰਨੇਕ, ਆਪਣੀ ਗੱਲਬਾਤ ਇਸ ਤਰ੍ਹਾਂ ਜਾਰੀ ਰਹੇਗੀ। ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਪ੍ਰਾਈਮ ਕੈਨੇਡਾ ਵਿੱਚ ਆਪ ਸਭ ਦਾ ਸਵਾਗਤ। ਮੇਰੀ ਗੱਲਬਾਤ ਹੋ ਰਹੀ ਹੈ ਹਰਨੇਕ ਰੰਧਾਵਾ ਦੇ ਨਾਲ ਤੇ ਅਸੀਂ ਗੱਲ ਕਰ ਰਹੇ ਹਾਂ ਵਿਦੇਸ਼ਾਂ ਵਿੱਚ ਜਾ ਕੇ ਉਹ ਫਸੇ ਹੋਏ ਉਹਨਾਂ ਲੋਕਾਂ ਬਾਰੇ ਜੋ ਸੁਪਨੇ ਲੈ ਕੇ ਜਾਂਦੇ ਨੇ ਪਰ ਸੁਪਨੇ ਟੁੱਟ ਜਾਂਦੇ ਨੇ ਤੇ ਫਿਰ ਉਹ ਵਾਪਸੀ ਵਾਸਤੇ ਕਿਵੇਂ ਜੱਦੋ ਜਹਿਦ ਕਰਦੇ ਨੇ ਤੇ ਹਰਨੇਕ ਰੰਧਾਵਾ ਵਰਗੇ ਫਰਿਸ਼ਤੇ ਕਿਵੇਂ ਉਹਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਨੇ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਦੁਬਈ ਵਿੱਚ ਫਸੀਆਂ ਲੜਕੀਆਂ ਬਾਰੇ। ਹੁਣ ਅਸੀਂ ਚੱਲਦੇ ਹਾਂ ਅਲਜੀਰੀਆ, ਜਿੱਥੇ 30 ਨੌਜਵਾਨ ਫਸੇ ਹੋਏ ਸੀ। ਉਹਨਾਂ ਨੇ ਤੁਹਾਡੇ ਨਾਲ ਕਿਵੇਂ ਸੰਪਰਕ ਕੀਤਾ, ਕਿਵੇਂ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ, ਤੁਸੀਂ ਉਹਦੇ ਬਾਰੇ ਵੀ ਦੱਸਿਓ। ਸਭ ਤੋਂ ਪਹਿਲਾਂ ਇਸ ਬਾਰੇ ਮੈਂ ਪਹਿਲਾਂ ਦਾ ਧੰਨਵਾਦ ਕਰਾਂਗਾ ਕਿ ਸਭ ਤੋਂ ਪਹਿਲਾਂ ਅਲਜੀਰੀਆ ਵਿੱਚ ਜਿਹੜੇ ਵੀਰ ਸਾਡੇ ਫਸੇ ਸੀ, ਉਹਨਾਂ ਦੀ ਆਵਾਜ਼ ਅਗਰ ਸਭ ਤੋਂ ਪਹਿਲਾਂ ਕਿਸੇ ਨੇ ਚੱਕੀ ਤਾਂ ਉਹ ਪ੍ਰਾਈਮ ਏਸ਼ੀਆ ਹੈ ਜੀ। ਸੋ ਅਸੀਂ ਕੀ ਕਰਦੇ ਹਾਂ, ਜਿੱਦਾਂ ਤੁਸੀਂ ਵੀਡੀਓ ਪਲੇ ਕੀਤਾ, ਫਿਰ ਉਹ ਅਸੀਂ ਫਿਰ ਅੰਬੈਸੀ ਨੂੰ ਟੈਗ ਕਰਦੇ ਹਾਂ। ਅੱਛਾ ਜੀ। ਤੇ ਫਿਰ ਜਿਹੜੇ ਸਾਡੇ ਹੋਰ ਦੂਸਰੇ ਵੀਰ ਨੇ, ਅਸੀਂ ਫਿਰ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਟੈਗ ਕਰੋ ਤਾਂ ਕਿ ਇਹਨਾਂ ਤੇ ਥੋੜਾ ਪ੍ਰੈਸ਼ਰ ਬਿਲਡਅਪ ਕੀਤਾ ਜਾ ਸਕੇ, ਉਹ ਨਿਕਲ ਸਕਣ। ਸੋ ਇਹ ਜਿਹੜੇ ਜਿੱਦਾਂ ਤੁਸੀਂ ਪੁੱਛ ਰਹੇ ਹੋ ਕਿ ਇਹ ਵੀਰ ਕਿੱਦਾਂ ਫਸੇ ਔਰ ਇਹਨਾਂ ਦੇ ਕੀ ਹਾਲਾਤ ਨੇ ਇਸ ਟਾਈਮ, ਸੋ ਇਹ ਵੀਰ ਜਿਹੜੇ ਨੇ ਇਹ ਸਾਰੇ ਮੋਸਟਲੀ ਪੰਜਾਬ ਤੋਂ, ਹਰਿਆਣਾ ਤੋਂ, ਯੂਪੀ ਤੋਂ, ਰਾਜਸਥਾਨ ਤੋਂ ਔਰ ਇੰਡੀਆ ਦੇ ਅਲੱਗ-ਅਲੱਗ ਸਟੇਟਸ ਤੋਂ ਹੈਗੇ ਨੇ। ਸੋ ਆਪਾਂ ਦੇਖਿਆ ਜਾਏ ਤਾਂ ਸਿਰਫ ਆਪਾਂ ਪੰਜਾਬੀਆਂ ਨੂੰ ਪੰਜਾਬੀ ਸਮਝ ਕੇ ਟਾਰਗੇਟ ਕਰਕੇ ਇਹਨਾਂ ਨੂੰ ਰੈਸਕਿਊ ਕਰਨ ਦੀ ਜੋ ਹੈ ਮੁਹਿੰਮ ਸ਼ੁਰੂ ਨਹੀਂ ਕੀਤੀ। ਆਪਾਂ ਨੂੰ ਇਹ ਸੀਗਾ ਕਿ ਜਿੰਨੇ ਵੀ ਇੰਡੀਅਨ ਨੇ, ਜਿੰਨੇ ਵੀ ਭਾਰਤੀ ਨੇ, ਉਹ ਸਾਰੇ ਇਕੱਠੇ ਉੱਥੋਂ ਨਿਕਲ ਸਕਣ। ਲੇਕਿਨ ਜਿਹੜੇ ਪੰਜਾਬ ਦੇ ਵੀਰ ਨੇ ਜੋ ਇਸ ਗਰੁੱਪ ਦੇ ਵਿੱਚ ਜਿਹੜੇ ਜ਼ਿਆਦਾਤਰ ਮੈਂਬਰ ਨੇ, ਉਹ ਗੜਸ਼ੰਕਰ ਤੋਂ ਕੋਈ ਏਜੰਟ ਹੈ ਜਿਸ ਨੇ ਕਿ ਇਹਨਾਂ ਨੂੰ ਉੱਥੇ ਭੇਜਿਆ ਔਰ ਇਹਨਾਂ ਨੂੰ ਇਹ ਕਹਿ ਕੇ ਭੇਜਿਆ ਗਿਆ ਸੀਗਾ ਤੁਹਾਡੀ ਜੋ ਸੈਲਰੀ ਹੈ ਉਹ ਤੁਹਾਨੂੰ ਅਸੀਂ ਡਾਲਰਸ ਦੇ ਵਿੱਚ ਦੇਵਾਂਗੇ, US ਡਾਲਰਸ ਦੇ ਵਿੱਚ। ਸੋ 500 ਲੈ ਕੇ 700 800 US ਡਾਲਰ ਤੱਕ ਤੁਹਾਨੂੰ ਸੈਲਰੀ ਦੇਵਾਂਗੇ। ਔਰ ਵੱਡੀ ਗੱਲ ਇਹ ਹੈ ਕਿ ਅਫਰੀਕਨ ਕੰਟਰੀ ਦੇ ਵਿੱਚ ਡਾਲਰ ਦੇ ਵਿੱਚ ਸੈਲਰੀ ਮਿਲਣੀ ਆਪਣੇ ਆਪ ਦੇ ਵਿੱਚ ਇੱਕ ਸੰਸ਼य ਦਾ ਕਾਰਨ ਹੈ। ਸੋ ਮੋਸਟਲੀ ਇਹ ਮੁੰਡੇ ਵੀ ਸਾਰੇ ਕਰੀਬ ਜਾਂ ਤਾਂ ਬਹੁਤ ਘੱਟ ਪੜ੍ਹੇ ਲਿਖੇ ਨੇ ਜਾਂ ਅਨਪੜ੍ਹ ਨੇ ਜੀ। ਸੋ ਇਹ ਵੀ ਇੱਦਾਂ ਹੀ ਚੰਗਲ 'ਚ ਫਸੇ ਔਰ ਏਜੰਟਾਂ ਨੇ ਇਹਨਾਂ ਨੂੰ ਵੀ ਇਹੀ ਗੱਲ ਕਹੀ ਕਿ ਤੁਸੀਂ 2 ਲੱਖ ਰੁਪਇਆ ਦਿਓ ਜਾਂ 1 ਲੱਖ ਦਿਓ, ਕਿਸੇ ਕੋਲ 1 ਲੱਖ, ਕਿਸੇ ਕੋਲ 1.5, ਕਿਸੇ ਕੋਲ 2। ਇੱਦਾਂ ਕਰਕੇ ਇਹਨਾਂ ਨੇ ਕਰੀਬ 30 ਮੁੰਡਿਆਂ ਨੂੰ ਅਲਜੀਰੀਆ ਭੇਜ ਦਿੱਤਾ ਕਿ ਉੱਥੇ ਜੋ ਹਾਲਾਤ ਨੇ ਇਹਨਾਂ ਦੇ ਰਹਿਣ ਦੇ, ਉਹ ਮਤਲਬ ਬਦਤਰੀਨ ਹਾਲਾਤ ਜਿਹਨੂੰ ਕਹਿ ਸਕਦੇ ਹਾਂ। ਆਪਾਂ ਆਪਣੇ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਜਿੱਥੇ ਗਾਵਾਂ ਮੱਝਾਂ ਰੱਖਦੇ ਹਾਂ, ਆਪਾਂ ਉਹਨਾਂ ਵਾਸਤੇ ਵੀ ਇੰਨਾ ਵਧੀਆ ਸਿਸਟਮ ਰੱਖਦੇ ਹਾਂ, ਇਹਦਾ ਕੋਈ ਹਿਸਾਬ ਨਹੀਂ। ਇਹ ਉਹਨਾਂ ਤੋਂ ਵੀ ਗੰਦੇ ਹਾਲਾਤਾਂ ਦੇ ਵਿੱਚ ਉੱਥੇ ਰਹਿ ਰਹੇ। ਸੋ ਭੇਜਣੇ ਵਾਲਾ ਸਾਡਾ ਪੰਜਾਬੀ ਹੈ ਜਿਹੜਾ ਕਿ ਗੜਸ਼ੰਕਰ ਤੋਂ ਹੈ ਔਰ ਇਹਦੇ ਵਿੱਚ ਬਹੁਤਾਤ ਜਿਹੜੀ ਹੈ ਉਹ ਆਪਣੇ ਪੰਜਾਬੀ ਵੀਰਾਂ ਦੀ ਹੈ ਜਿਹੜੇ ਕਿ ਉੱਥੇ ਜਾ ਕੇ ਫਸੇ ਨੇ। ਤੇ ਹੁਣ ਜੋ ਹੈ ਉਹ ਅਗਲਾ ਸਟੈਪ ਜਿਹੜਾ ਉਹ ਚੱਲਦਾ ਪਿਆ। ਹੁਣ ਮੌਜੂਦਾ ਸਥਿਤੀ ਕੀ ਹੈ? ਇੱਕ ਤਾਂ ਮੈਨੂੰ ਦੱਸਿਓ ਕਿ ਅਲਜੀਰੀਆ ਬਹੁਤ ਘੱਟ ਲੋਕੀ ਸੁਣੇ ਜਿਹੜੇ ਉੱਥੇ ਜਾਂਦੇ ਆ, ਬਹੁਤ ਘੱਟ। ਉਧਰ ਨੂੰ ਕਿਵੇਂ ਫਿਰ ਮੁਹਾਰਕਤ ਦਿੰਦੇ ਆ? ਇੱਕ ਤਾਂ ਤੁਸੀਂ ਡਾਲਰਾਂ ਦਾ ਲਾਲਚ ਦੇ ਕੇ ਕਿਹਾ ਵੀ ਉਹਨਾਂ ਨੂੰ ਹੋ ਗਿਆ। ਹਾਂਜੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਹਰ ਬੰਦੇ ਨੂੰ ਇਹ ਹੁੰਦਾ ਕਿ ਮੈਂ ਵੀ ਬਾਹਰ ਨਿਕਲਾਂ ਤੇ ਆਪਣੇ ਘਰ ਦੀ ਕੋਈ ਆਰਥਿਕ ਹਾਲਾਤ ਸੁਧਾਰਾਂ। ਉਹਦੇ ਵਿੱਚੋਂ ਕਈ ਤਾਂ ਇੰਝ ਹੁੰਦੇ ਨੇ ਕਿ ਜੋ ਸੋਚਦੇ ਨੇ ਕਿ 30 40 50 ਹਜ਼ਾਰ ਰੁਪਏ ਲੱਗ ਜੇ। ਕੁਛ ਐਸੇ ਹੁੰਦੇ ਨੇ ਕਿ ਜਿਹੜੇ ਸੋਚਦੇ ਨੇ ਕਿ 50 60 ਹਜ਼ਾਰ ਮੇਰੇ ਕੋਲ ਹੈਗਾ ਤੇ ਮੈਂ ਕਿਸੇ ਯਾਰ ਦੋਸਤ ਰਿਸ਼ਤੇਦਾਰ ਕੋਲ ਪਕੜ ਕੇ ਲੱਖ, ਸਵਾ ਲੱਖ, 2 ਲੱਖ ਮੈਂ ਕਰ ਲਾਂਗਾ, ਲੇਕਿਨ ਮੈਂ ਚਲਾ ਜਾ ਕਿਉਂਕਿ ਡਾਲਰਾਂ ਦਾ ਲਾਲਚ ਆ ਗਿਆ ਕਿ 500 800 ਡਾਲਰ ਮਿਲੇਗਾ, 40 50 ਹਜ਼ਾਰ ਰੁਪਇਆ ਮੇਰਾ ਬਣ ਜਾਏਗਾ ਤੇ ਚਲੋ ਮੇਰਾ ਕੰਮ ਸੂਤ ਆ ਜਾਏਗਾ। ਲੇਕਿਨ ਇਹ ਮੁੰਡੇ ਵੀ ਇਸ ਤਰ੍ਹਾਂ ਹੀ ਫਸੇ ਨੇ ਔਰ ਜਿਹੜੇ ਉੱਥੇ ਹਾਲਾਤ ਨੇ ਜਦੋਂ ਜਾ ਕੇ ਦੇਖੇ ਨੇ ਉਹ ਬਿਲਕੁਲ ਮੁਖਤਲਿਫ ਹੋ ਗਏ ਨੇ। ਲੇਕਿਨ ਹੁਣ ਇੱਦਾਂ ਹੈ ਕਿ ਜਿੱਦਾਂ ਆਪਾਂ ਪਹਿਲਾਂ ਵੀਡੀਓਜ਼ ਦੱਸਿਆ ਔਰ ਫਿਰ ਉਹਦੇ ਬਾਅਦ ਅਸੀਂ ਰੈਗੂਲਰ ਹੁਣ ਜੋ ਹੈ ਪਿਛਲੇ ਕਰੀਬ 1.5 ਪੌਣੇ 2 ਮਹੀਨੇ ਤੋਂ ਆਪਾਂ ਇਹਨਾਂ ਨਾਲ ਕੰਟੀਨਿਊਸ ਇਨ ਟੱਚ ਹਾਂ। ਔਰ ਇਹਦੇ ਵਿੱਚ ਜੋ ਸਭ ਤੋਂ ਚੰਗੀ ਚੀਜ਼ ਰਹੀ ਉਹ ਇਹ ਹੈ ਕਿ ਮਤਲਬ ਹਾਲਾਤ ਬੇਸ਼ੱਕ ਇਹਨਾਂ ਦੇ ਬਦਤਰੀਨ ਨੇ ਔਰ ਬਹੁਤ ਬੁਰੀ ਕੰਡੀਸ਼ਨ 'ਚ ਰਹਿ ਰਹੇ ਨੇ, ਲੇਕਿਨ ਜੋ ਇੰਡੀਅਨ ਅੰਬੈਸੀ ਹੈ, ਅੰਬੈਸੀ 'ਚ ਇੱਕ ਆਫਿਸਰ ਨੇ ਮਿਸਟਰ ਬਿਸਟ ਕਰਕੇ, ਉਹਨਾਂ ਨੇ ਬਹੁਤ ਵਧੀਆ ਕੋਆਰਡੀਨੇਸ਼ਨ ਕੀਤਾ ਹੈ ਔਰ ਉਹਨਾਂ ਨੇ ਬਹੁਤ ਮੁੰਡਿਆਂ ਦੀ ਹੈਲਪ ਆਊਟ ਕੀਤੀ ਹੈ। ਚਲੋ ਹਾਲਾਂਕਿ ਉਹ ਪ੍ਰੈਸ਼ਰ ਬਿਲਡਅਪ ਹੋਣ ਤੋਂ ਬਾਅਦ ਹੋਇਆ, ਪਹਿਲਾਂ ਤਾਂ ਕੋਈ ਨਹੀਂ ਸੀ ਸੁਣ ਰਿਹਾ, ਲੇਕਿਨ ਜਦੋਂ ਉਹਨਾਂ ਨੇ ਸੁਣਨਾ ਸ਼ੁਰੂ ਕੀਤਾ ਤੇ ਉਹਨਾਂ ਦੀ ਹੈਲਪ ਕੰਟੀਨਿਊਸ, ਉਹਨਾਂ ਨੇ ਕਨਸਟੈਂਟਲੀ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਆ।
ਸੋ ਇਧਰੋਂ ਸਾਡੇ ਗਰੁੱਪ ਵਾਲੇ ਵੀਰਾਂ ਨੇ ਵੀ ਜਿੱਥੋਂ ਸਾਨੂੰ ਪਤਾ ਲੱਗਿਆ ਸੀ, ਉਹਦੇ ਬਾਅਦ ਜਿੱਦਾਂ ਕਿ ਸਾਡੇ ਕਮਲਦੀਪ ਵੀਰ ਨੇ ਜੋ ਕਿ ਦੁਬਈ 'ਚ ਨੇ, ਜਿਨ੍ਹਾਂ ਨੇ ਸਾਨੂੰ ਸਭ ਤੋਂ ਪਹਿਲਾਂ ਦੱਸਿਆ ਸੀ, ਕਿਉਂਕਿ ਇਹਨਾਂ ਦੇ ਪਿੰਡ ਦਾ ਇੱਕ ਮੁੰਡਾ ਉਹ ਗਰੁੱਪ ਦੇ ਵਿੱਚ ਸੀਗਾ। ਸੋ ਉੱਥੋਂ ਇਹ ਸਾਰੀ ਗੱਲਬਾਤ ਚੱਲੀ। ਫਿਰ ਆਪਾਂ ਕਿਹਾ ਕਿ ਹਾਂ ਠੀਕ ਹੈ, ਐਸੀ ਚੀਜ਼ ਨੂੰ ਆਪਣੇ ਹੱਥ 'ਚ ਲੈ ਰਹੇ ਹਾਂ ਔਰ ਅਸੀਂ ਜੋ ਕਰ ਸਕਾਂਗੇ ਜ਼ਰੂਰ ਕਰਾਂਗੇ ਜੀ। ਸੋ ਇਹ ਕੰਮ ਵੱਧਦਾ ਅੱਜ 1.5 ਜਾਂ ਪੌਣੇ 2 ਮਹੀਨੇ ਦੇ ਬਾਅਦ ਇਸ ਲੈਵਲ ਤੇ ਖੜੇ ਹਾਂ ਕਿ ਪਹਿਲਾਂ ਜੋ ਚਾਈਨੀਜ਼ ਕੰਪਨੀ ਹੈ ਉਹ ਇਹਨਾਂ ਨੂੰ ਕੁਝ ਨਹੀਂ ਸੀ ਦੇ ਰਹੀ, ਬਾਰ-ਬਾਰ ਸਾਈਨ ਕਰਵਾ ਰਹੀ ਸੀ ਕਿ ਤੁਸੀਂ ਸਾਈਨ ਕਰ ਦਿਓ ਕਿ ਅਸੀਂ ਤੁਹਾਨੂੰ ਕੁਝ ਨਹੀਂ ਦੇਣਾ, ਤੁਸੀਂ ਸਾਡੇ ਤੋਂ ਕੁਝ ਨਹੀਂ ਲੈਣਾ, ਤੁਸੀਂ ਇੱਥੋਂ ਜਾਓ, ਆਪਣੇ ਕੈਂਪ ਖਾਲੀ ਕਰ ਜਾਓ, ਜਿੱਧਰ ਮਰਜ਼ੀ ਜਾਓ। ਔਰ ਹੁਣ ਅੰਬੈਸੀ ਵੀ ਅੱਗੇ ਆਈ ਹੈ, ਫਿਰ ਅਸੀਂ ਵੀ ਸਾਰੇ ਆਏ ਹਾਂ। ਹੁਣ ਫਾਈਨਲੀ ਜੋ ਉਹਦਾ ਕਨਕਲੂਜਨ ਨਿਕਲ ਕੇ ਇਹ ਆਇਆ ਹੈ ਕਿ ਉਹਨਾਂ ਨੇ ਪਹਿਲਾਂ ਤਾਂ ਉਹ ਪਿਛਲੇ 5 ਮਹੀਨੇ ਤੋਂ ਤਨਖਾਹ ਹੀ ਨਹੀਂ ਸੀ ਦੇ ਰਹੇ। ਅੱਛਾ। ਜਦੋਂ ਅੰਬੈਸੀ ਨੇ ਔਰ ਅਸੀਂ ਜਦੋਂ ਸਾਰਾ ਬਿਲਡਅਪ ਕੀਤਾ ਹੈ, ਫਿਰ ਇੱਧਰੋਂ ਆਪਾਂ ਜੋ ਪ੍ਰਾਈਮ ਏਸ਼ੀਆ ਨੇ ਜੋ ਨਿਊਜ਼ ਅਪਲੋਡ ਕੀਤੀ, ਉਹਦੇ ਬਾਅਦ 3-4 ਚੈਨਲਾਂ 'ਤੇ ਹੋਰ ਚੱਲੀ ਵੀਡੀਓ, ਉਹਦੇ ਕਰਕੇ ਹੋਇਆ ਕਿ ਉਹਨਾਂ 'ਤੇ ਪ੍ਰੈਸ਼ਰ ਬਿਲਡਅਪ ਹੋਇਆ। ਕਿਉਂਕਿ ਅੰਬੈਸੀ ਜਦ ਤੱਕ ਛੋਟੇ-ਮੋਟਾ ਕੰਮ ਹੁੰਦਾ ਨੀਚੇ ਲੈਵਲ ਤਾਂ ਤੱਕ ਉਹ ਹੱਥ ਨਹੀਂ ਪਾਉਂਦੇ। ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਨੈਸ਼ਨਲ ਲੈਵਲ 'ਤੇ ਚਲਾ ਗਿਆ ਅਤੇ ਲੋਕ ਕਿਸੇ ਮਿਨਿਸਟਰ ਨੂੰ ਟੈਗ ਕਰਨ ਲੱਗ ਗਏ, ਉਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਸਾਨੂੰ ਜਵਾਬਦੇਹ ਹੋਣਾ ਪੈਣਾ ਹੈ, ਫਿਰ ਉਹ ਇੰਟਰਵੀਨ ਕਰਦੇ ਆ। ਅੱਛਾ। ਸੋ ਉਹਨਾਂ ਨੇ ਜਦੋਂ ਇੰਟਰਵੀਨ ਕੀਤਾ ਹੈ, ਉਹਦਾ ਹੁਣ ਇਹ ਸਿੱਟਾ ਨਿਕਲ ਕੇ ਆਇਆ ਕਿ ਪਹਿਲਾਂ ਤਾਂ ਉਹ 4-5 ਮਹੀਨੇ ਤੋਂ ਤਨਖਾਹ ਨਹੀਂ ਸੀ ਦੇ ਰਹੇ। ਹੁਣ ਉਹਨਾਂ ਨੇ ਤਨਖਾਹਾਂ ਬਣਾਈਆਂ ਤੇ ਕਿਸੇ ਦੀ $200 ਦੇ ਹਿਸਾਬ ਨਾਲ, ਕਿਸੇ ਦੀ $250 ਨਾਲ, ਹਾਲਾਂਕਿ ਉਹਨਾਂ ਦੀ $500-700 ਦੇ ਨਾਲ ਗੱਲ ਹੋਈ ਸੀ। ਫਿਰ ਅਸੀਂ ਇਸ ਪੁਆਇੰਟ ਤੇ ਕੀਤਾ ਕਿ ਉਹਨਾਂ ਨੂੰ ਕੰਪੈਲ ਕੀਤਾ ਕਿ ਜਦੋਂ ਤੁਸੀਂ ਜਿਸ ਤਨਖਾਹ ਤੇ ਲੈ ਕੇ ਆਏ ਤੁਸੀਂ ਉਹ ਤਨਖਾਹ ਦਿਓ, ਕਿਉਂਕਿ ਉਹ ਜਿਹੜੀ ਤਨਖਾਹ ਉਹਨਾਂ ਦੀ ਬਣਦੀ ਸੀ ਉਹਦੇ ਹਿਸਾਬ ਦਾ ਟਿਕਟ ਵੀ ਨਹੀਂ ਸੀ ਆ ਰਹੀ। ਸੋ ਹੁਣ ਕਰਦੇ ਕਰਾਂਦੇ ਇਸ ਗੱਲ ਤੇ ਆ ਕੇ ਨਿਬੜੀ ਹੈ ਕਿ ਕੱਲ ਜਾਂ ਪਰਸੋਂ, ਅੱਜ ਤੋਂ 3 ਦਿਨ ਪਹਿਲਾਂ ਜਦੋਂ ਇੰਡੀਅਨ ਐਮਬੈਸੀ ਤੋਂ ਇੱਕ ਆਫੀਸਰ ਗਏ ਨੇ, ਉਹ ਚਾਈਨੀਜ਼ ਕੰਪਨੀ ਨਾਲ ਅੰਦਰ ਬੈਠ ਕੇ ਉਹਨਾਂ ਨੇ ਕੋਆਰਡੀਨੇਸ਼ਨ ਕੀਤਾ ਔਰ ਸਾਰੀ ਗੱਲਬਾਤ ਡਨ ਹੋਈ ਹੈ। ਉਹਦੇ 'ਚ ਫਾਈਨਲ ਇਹ ਹੋਇਆ ਕਿ ਕਿਸੇ ਦੀ ਘੱਟ ਸੈਲਰੀ ਬਣਦੀ ਸੀ, ਕਿਸੇ ਦੀ ਵੱਧ ਬਣਦੀ ਸੀ, ਕੋਈ ਟਿਕਟ ਲੈ ਪਾ ਰਿਹਾ ਸੀ ਤੇ ਕੋਈ ਟਿਕਟ ਨਹੀਂ ਸੀ ਲੈ ਪਾ ਰਿਹਾ। ਸੋ ਉਹ ਆਫੀਸਰ ਨੇ ਸਾਰਿਆਂ ਨੂੰ ਇਕੱਠਾ ਕਰਕੇ ਪਿਆਰ ਨਾਲ ਸਮਝਾ ਕੇ ਸਾਰਿਆਂ ਦੇ ਪੈਸਾ ਅਮਾਊਂਟ ਆਲਮੋਸਟ ਇੱਕ ਜੈਸਾ ਕਰ ਦਿੱਤਾ ਤਾਂ ਕਿ ਟਿਕਟਾਂ ਸਾਰਿਆਂ ਦੀਆਂ ਆ ਜਾਣ। ਸੋ ਉਹ ਉਹਨਾਂ ਨੇ ਇੱਕ ਬਹੁਤ ਵਧੀਆ ਹੱਲ ਕੱਢਿਆ ਤੇ ਹੁਣ 30 ਮੁੰਡਿਆਂ ਦੇ ਵਿੱਚੋਂ 23 ਮੁੰਡੇ ਜਿਨ੍ਹਾਂ ਨੇ ਕਿਹਾ ਸੀ ਕਿ ਅਸੀਂ ਜਾਣਾ, ਉਹ 23 ਮੁੰਡਿਆਂ ਦੀਆਂ ਟਿਕਟਾਂ ਹੋ ਚੁੱਕੀਆਂ ਨੇ। ਸੋ ਜੋ ਅਸੀਂ 2 ਮਹੀਨੇ ਤੋਂ ਜੋ ਵੀ ਸਟਰਗਲ ਕਰ ਰਹੇ ਸੀ, ਜੋ ਵੀ ਆਪਣੀ ਮਿਹਨਤ ਕਰ ਰਹੇ ਸੀ ਇਸ ਆਪਣਾ ਕਨਸੈਪਟ ਤੇ, ਉਹ ਪਰਮਾਤਮਾ ਨੇ ਸੁਣੀ ਹੈ ਔਰ ਇਹ ਆਪਣੇ ਘਰਾਂ ਨੂੰ ਹੁਣ ਵਾਪਸ ਪਰਤ ਆਉਣਗੇ। 30 ਦੇ ਵਿੱਚੋਂ 23 ਤੇ ਵਾਪਸੀ ਨੂੰ ਚੱਲ ਪਏ। ਬਾਕੀ 7 ਨੇ ਕੀ ਇਰਾਦਾ ਬਣਾਇਆ? ਉਹ ਆਉਣਾ ਨਹੀਂ ਚਾਹੁੰਦੇ ਜਾਂ ਉਹ ਕੀ ਸੋਚਦੇ ਨੇ? ਐਕਚੁਅਲੀ ਟੋਟਲ 30 ਬੰਦੇ ਸੀਗੇ ਜੀ, ਲੇਕਿਨ ਜਿਹੜੇ ਸਾਡੇ ਇੰਡੀਅਨ ਏਜੰਟ ਨੇ, ਜਿਹੜੇ ਸਾਡੇ ਪੰਜਾਬੀ ਏਜੰਟ ਨੇ, ਇਹ ਬੜਾ ਖੁਰਾਫਾਤੀ ਹੁੰਦੇ ਆ ਜੀ। ਇਹਨਾਂ ਨੇ ਹੁਣ ਕੀ ਚਾਲ ਖੇਡੀ ਹੈ ਕਿ ਜਿਹੜੇ ਬਾਕੀ 5-7 ਰਹਿ ਗਏ ਨੇ, ਉਹ ਜਦੋਂ ਮੈਂ ਵੀ ਅੱਜ ਤੋਂ 18-20 ਸਾਲ ਪਹਿਲਾਂ ਜਦੋਂ ਮੈਂ ਲੀਬੀਆ ਸੀਗਾ ਉਦੋਂ ਵੀ ਇਹ ਕੰਮ ਹੁੰਦਾ ਸੀ। ਤੁਸੀਂ ਮਾਲਟਾ ਕਾਂਡ ਸੁਣਿਆ ਹੋਣਾ। ਲੀਬੀਆ ਦੇ ਸਾਹਮਣੇ ਮੈਡੀਟਰੇਨੀਅਨ ਸੀ ਪੈਂਦਾ ਔਰ ਮੈਡੀਟਰੇਨੀਅਨ ਸੀ ਦੇ ਪਰਲੇ ਪਾਸੇ ਸੈਂਟਰ ਦੇ ਵਿੱਚ ਮਾਲਟਾ ਤੇ ਮਾਲਟੇ ਦੇ ਪਰਲੇ ਪਾਸੇ ਇਟਲੀ ਹੈ ਤੇ ਇਟਲੀ ਦਾ ਟਾਪੂ ਪੈਂਦਾ ਸਿਸਲੀ, ਜਿੱਥੇ ਉੱਥੇ ਜਾ ਕੇ ਉਤਾਰਦੇ ਆ ਤੇ ਲੋਕੀ ਅੰਦਰ ਭੱਜ ਜਾਂਦੇ ਆ। ਤੇ ਇਹਨਾਂ ਨੂੰ ਇਹ ਮਤਲਬ ਤੁਸੀਂ ਆ ਸਮਝ ਲਓ ਕਿ ਮਿੱਠੀ ਗੋਲੀ ਦਿੱਤੀ ਹੈ ਕਿ ਤੁਹਾਨੂੰ ਅਸੀਂ ਯੂਰਪ ਨੂੰ ਟਪਾ ਦਿਆਂਗੇ। ਉਹਦੇ ਵਿੱਚੋਂ ਪਹਿਲਾਂ 30 ਦੇ ਵਿੱਚੋਂ ਟੋਟਲ 19 ਰਹਿ ਗਏ ਸੀ। ਅੱਛਾ ਜੀ। ਫਿਰ 19 ਨੂੰ ਸਮਝ ਆਈ ਕਿ ਇਹ ਸਾਨੂੰ ਮਤਲਬ ਬੇਵਕੂਫ ਬਣਾ ਰਹੇ ਆ। ਫਿਰ 19 ਤੋਂ 23 ਹੋਏ ਆ ਤੇ ਬਾਕੀ ਅਜੇ ਵੀ 7 ਬੰਦੇ ਜਿਹੜੇ ਆ ਉਹ ਉੱਥੇ ਆਪਣੀ ਇੱਛਾ ਮੁਤਾਬਕ ਰਹਿ ਗਏ ਆ। ਹੁਣ ਉਹਨਾਂ ਦਾ ਰੱਬ ਜਾਣੇ ਉਹ ਅੱਗੇ ਨਿਕਲਦੇ ਨੇ ਜਾਂ ਕਿ ਉੱਥੇ ਹੀ ਗਰ ਉਹਨਾਂ ਨੇ ਤੁਹਾਡੇ ਕੋਲ ਕੋਈ ਮਦਦ ਨਹੀਂ ਮੰਗੀ? ਨਹੀਂ, ਉਹਨਾਂ ਨੇ ਜਦੋਂ ਸਟਾਰਟਿੰਗ 'ਚ ਜਦੋਂ ਮਦਦ ਮੰਗਣ ਦਾ ਟਾਈਮ ਸੀਗਾ 30 ਨੇ ਸਾਰਿਆਂ ਨੇ ਇਕੱਠੀ ਮੰਗੀ ਸੀ। ਅੱਛਾ ਜੀ। ਲੇਕਿਨ ਜਦੋਂ ਸਾਡੀ ਪ੍ਰਾਈਮ ਏਸ਼ੀਆ ਤੇ ਨਿਊਜ਼ ਪਲੇ ਹੋ ਗਈ, ਸਾਰਾ ਉਹਨਾਂ ਨੂੰ ਵੀ ਹੱਥਾਂ ਪੈਰਾਂ ਦੀਆਂ ਪਈਆਂ। ਫਿਰ ਉਹਨਾਂ ਨੇ ਕੰਟੈਕਟ ਕਰਨਾ ਸ਼ੁਰੂ ਕੀਤਾ ਏਜੰਟਾਂ ਨੇ। ਅੱਛਾ ਜੀ। ਬਈ ਤੁਸੀਂ ਇੰਜ ਨਾ ਕਰੋ, ਤੁਸੀਂ ਰੌਲਾ ਨਾ ਪਾਓ, ਤੁਹਾਡਾ ਅਸੀਂ ਉੱਥੇ ਸੈੱਟ ਕਰ ਦਿੰਦੇ ਆ, ਜਿਹੜੀ ਕੰਪਨੀ ਹੈ ਕੰਪਨੀ ਨਾਲ ਗੱਲਬਾਤ ਕਰਦੇ ਆ, ਤੁਹਾਡੀ ਦੇਖਦੇ ਆ। ਲੇਕਿਨ ਉਹਨਾਂ ਕੀਤਾ ਕੱਖ ਨਹੀਂ, ਕਿਉਂਕਿ ਉਹਨਾਂ ਦਾ ਜਿਹੜਾ ਪੈਸਾ ਸੀ ਉਹਨੇ ਜੇਬ 'ਚ ਆ ਚੁੱਕਿਆ, ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਬਿਲਕੁਲ ਸਹੀ। ਸੋ ਫਾਈਨਲੀ ਹੁਣ ਇੱਥੇ ਆ ਕੇ ਗੱਲ ਮੁੱਕੀ ਹੈ ਕਿ 30 ਦੇ ਵਿੱਚੋਂ 23 ਮੁੰਡਿਆਂ ਦੀ ਫਲਾਈਟ ਹੈ ਔਰ ਜਿਹੜੇ 7 ਨੇ ਉਹ ਅਜੇ ਉੱਥੇ ਹੀ ਰੁਕਣਗੇ। ਹੁਣ ਉਹਨਾਂ ਦਾ ਅੱਲਾ ਮਾਲਿਕ ਵੀ ਰੱਬ ਜਾਣੇ ਹੁਣ ਕੀ ਹੁੰਦਾ। ਹਰੇਕ ਗੱਲਾਂ ਇੰਨੀਆਂ ਜ਼ਿਆਦਾ ਨੇ ਕਿ ਭਾਵੇਂ ਸਾਰਾ ਦਿਨ ਵੀ ਕਰਦੇ ਰਹੀਏ ਤੇ ਪ੍ਰੋਗਰਾਮ ਚਲਾ ਸਕਦੇ ਹਾਂ ਅਸੀਂ, ਪਰ ਕਿਉਂਕਿ ਵਕਤ ਦੀ ਸਾਡੇ ਕੋਲ ਪਾਬੰਦੀ ਹੈ, ਉਸ ਅਨੁਸਾਰ ਚੱਲਣਾ ਪੈਂਦਾ। ਜਾਂਦਿਆਂ ਜੇ ਤੁਹਾਡੇ ਨਾਲ ਕਿਸੇ ਨੇ ਰਾਬਤਾ ਕਾਇਮ ਕਰਨਾ ਹੋਵੇ, ਹਾਲਾਂਕਿ ਅਸੀਂ ਪਹਿਲਾਂ ਵੀ ਤੁਹਾਡੇ ਨੰਬਰ ਦੇ ਚੁੱਕੇ ਹਾਂ, ਤੁਸੀਂ ਇੱਕ ਵਾਰੀ ਆਪਣਾ ਸੰਪਰਕ ਨੰਬਰ ਦੱਸ ਦਿਓ ਤੇ ਕੋਈ ਸੰਦੇਸ਼ ਜਿਹੜੇ ਬਾਹਰ ਜਾਣਾ ਚਾਹੁੰਦੇ ਲੋਕ, ਉਹਨਾਂ ਵਾਸਤੇ ਇੱਕ ਮੈਸੇਜ ਜ਼ਰੂਰ ਦੇ ਦਿਓ। ਇੱਦਾਂ ਦਾ ਮੈਸੇਜ ਕਿ 100 ਵਾਰ ਸੋਚੇ ਕੋਈ ਕਿ ਮੈਂ ਬਾਹਰ ਜਾਵਾਂ ਜਾਂ ਨਾ ਜਾਵਾਂ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਮੇਰਾ ਜਿੰਨੇ ਵੀ ਵੀਰ ਜਿਹੜੇ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਸਾਰਿਆਂ ਵਾਸਤੇ ਇਹ ਸੰਦੇਸ਼ ਹੈ ਕਿ ਜਿਹੜੀ ਵੀ ਕੰਟਰੀ ਤੁਸੀਂ ਜਾਣਾ ਚਾਹੁੰਦੇ ਹੋ, ਉੱਥੇ ਪਹਿਲਾਂ ਤੁਸੀਂ ਅਗਰ ਹੋ ਸਕੇ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਪੰਜਾਬ ਦਾ ਹਰ ਬੰਦਾ, ਪੰਜਾਬ ਦੇ ਜਿਹੜੇ ਵੀਰ ਨੇ ਉਹ ਕਾਫੀ ਮੁਲਕਾਂ ਦੇ ਵਿੱਚ ਆਲਮੋਸਟ ਹਰ ਕੰਟਰੀ ਦੇ ਵਿੱਚ ਹੈਗੇ ਨੇ। ਸੋ ਕੋਸ਼ਿਸ਼ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਉਹਨਾਂ ਨਾਲ ਸੰਪਰਕ ਕੀਤਾ ਜਾਏ ਔਰ ਉੱਥੇ ਲੋਕਲ ਏਰੀਆ 'ਚ ਪਤਾ ਕੀਤਾ ਜਾਏ ਵੀ ਹਾਂ ਇਹ ਕੰਪਨੀ ਕਿਹੋ ਜਿਹੀ ਹੈ, ਇੱਥੇ ਆਲਰੇਡੀ ਜੋ ਲੋਕ ਰਹਿ ਰਹੇ ਨੇ ਉਹਨਾਂ ਦੀ ਹਾਲਾਤ ਕੈਸੇ ਨੇ, ਕੰਪਨੀ ਟਾਈਮ ਸਿਰ ਪੈਸਾ ਦੇ ਰਹੀ ਹੈ ਨਹੀਂ ਦੇ ਰਹੀ। ਸੋ ਅਸੀਂ ਮੋਸਟਲੀ ਇਹੀ ਕਰਦੇ ਹਾਂ। ਜਿੱਦਾਂ ਹੁਣ ਮੇਰਾ ਗਰੁੱਪ ਹੈ, ਅਗਰ ਕਿਸੇ ਨੇ ਕੰਟੈਕਟ ਕਰਨਾ ਹੈ, ਅਸੀਂ ਉਹਨੂੰ ਸਭ ਨੂੰ ਪਹਿਲਾਂ ਇਹ ਕਹਿੰਦੇ ਹੁੰਦੇ ਹਾਂ ਕਿ ਪਹਿਲਾਂ ਤੁਸੀਂ
ਮੇਰਾ ਜੋ ਨੰਬਰ ਹੈ ਉਹ 001360220547 ਹੈ 360-220-5471। ਇਹਦੇ ਤੇ ਇੱਕ WhatsApp ਤੇ ਮੈਸੇਜ ਡ੍ਰੌਪ ਕਰ ਦਿਓ ਤੇ ਉਧਰੋਂ ਤੁਸੀਂ ਆਪਣੇ ਫੋਨ ਦੇ ਵਿੱਚ ਟੈਲੀਗ੍ਰਾਮ ਐਪਲੀਕੇਸ਼ਨ ਡਾਊਨਲੋਡ ਕਰੋ। ਟੈਲੀਗ੍ਰਾਮ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਬਾਅਦ ਮੈਂ ਤੁਹਾਨੂੰ ਇੱਕ ਲਿੰਕ ਸੈਂਡ ਕਰ ਦਾਂਗਾ, ਜਾਂ ਤੁਸੀਂ WhatsApp ਤੇ ਤੁਸੀਂ ਮੈਨੂੰ ਮੈਸੇਜ ਕੀਤਾ ਹੋਏਗਾ ਉਹਦੇ ਬਾਅਦ ਤੁਸੀਂ ਗਰੁੱਪ ਦੇ ਵਿੱਚ ਆ ਸਕਦੇ ਹੋ। ਗਰੁੱਪ ਦੇ ਵਿੱਚ ਇਸ ਟਾਈਮ ਆਲਮੋਸਟ ਅਸੀਂ 3650 ਮੁੰਡੇ ਆ ਜਿਹੜੇ ਕਿ ਪੂਰੀ ਦੁਨੀਆ ਚੋਂ ਆਲਮੋਸਟ 29-30 ਕੰਟਰੀਆਂ ਤੋਂ ਆ। तो लेकिन ਜਿਹੜਾ ਸਭ ਤੋਂ ਲਾਰਜਰ ਪਾਰਟ ਹੈ ਉਹ ਅਰਬ ਤੋਂ ਹੀ ਹੈ। ਅੱਛਾ ਜੀ। ਤੇ ਜਿਹੜੇ ਅਰਬ ਤੋਂ ਵੀਰ ਨੇ ਉਹਨਾਂ ਨਾਲ ਕੰਟੈਕਟ ਕਰ ਸਕਦੇ। ਜੇ ਕਿਸੇ ਨੇ ਦੁਬਈ ਜਾਣਾ ਹੈ ਤੇ ਦੁਬਈ ਦੇ ਵਿੱਚ ਸਾਡਾ 500-700 ਵੀਰ ਹੈ, ਉਹਨਾਂ ਚੋਂ ਕਿਸੇ ਜਿਹੜੇ ਸਾਡੇ ਅੱਗੇ ਵਲੰਟੀਅਰ ਨੇ ਉਹਨਾਂ ਤੋਂ ਪਤਾ ਕੀਤਾ ਜਾਂਦਾ ਕਿਹੜੀ ਕੰਪਨੀ ਠੀਕ ਹੈ ਕਿਹੜੀ ਨਹੀਂ ਹੈ, ਹਨਾ। ਸੋ ਗਲਫ ਦੇ ਵਿੱਚ ਜਿੰਨੀਆਂ ਕੰਟਰੀਜ਼ ਨੇ, ਈਵਨ ਕਿ ਕਈ ਜੋ ਹੋਰ ਕੰਟਰੀਜ਼ ਨੇ ਉਹਨਾਂ ਦੇ ਵੀਰ ਵੀ ਸਾਡੇ ਗਰੁੱਪ ਦੇ ਵਿੱਚ ਨੇ। ਤੁਸੀਂ ਉਹਨਾਂ ਨੂੰ ਆ ਕੇ ਸਾਡੇ ਗਰੁੱਪ ਦੇ ਵਿੱਚੋਂ ਪੂਰੀ ਪ੍ਰੋਪਰ ਇਨਫੋਰਮੇਸ਼ਨ ਲੈ ਸਕਦੇ ਹੋ। ਗਰੁੱਪ ਦੇ ਵਿੱਚ ਕੋਈ ਏਜੰਟ ਨਹੀਂ ਹੈ, ਅਸੀਂ ਕੋਈ ਏਜੰਟ ਜੋ ਹੈ ਮਤਲਬ ਕਿਸੇ ਨੂੰ ਆਪਾਂ ਨਹੀਂ ਕਰਦੇ ਕਿ ਤੁਸੀਂ ਏਜੰਟ ਕੋ ਕੰਮ ਕਰਾਓ, ਨਾ ਅਸੀਂ ਕਿਸੇ ਦੇ ਪੈਸੇ ਦੇ ਮੈਟਰ 'ਚ ਪੈਂਦੇ ਹਾਂ। ਹਾਂ, ਜਦੋਂ ਕੋਈ ਫਸਦਾ ਉਹਦੀ ਹੈਲਪ ਕਰਦੇ ਹਾਂ। ਸੋ ਫੋਨ ਨੰਬਰ ਮੈਂ ਆਲਰੇਡੀ ਦੇ ਦਿੱਤਾ, ਲੇਕਿਨ ਸਾਰਿਆਂ ਨੂੰ ਬੇਨਤੀ ਇਹ ਹੈ ਕਿ ਜਾਣ ਤੋਂ ਪਹਿਲਾਂ ਜਿਹੜੀ ਵੀ ਕੰਟਰੀ ਤੁਸੀਂ ਜਾਣਾ ਚਾਹੁੰਦੇ ਹੋ ਉਸ ਕੰਟਰੀ ਦੇ ਵਿੱਚ ਅਗਰ ਤੁਹਾਡਾ ਕੋਈ ਵੀਰ ਭਰਾ ਰਿਸ਼ਤੇਦਾਰ ਮਿੱਤਰ ਸੱਜਣ ਕੋਈ ਜਾਣਕਾਰ ਹੈ, ਜਿਹੜੀ ਕੰਪਨੀ ਤੁਸੀਂ ਜਾ ਰਹੇ ਹੋ ਉਹ ਤੁਸੀਂ ਕੰਪਨੀ ਆਪਣੇ ਏਜੰਟ ਨਾਲ ਖੁੱਲ੍ਹ ਕੇ ਗੱਲ ਬਾਤਚੀਤ ਕਰੋ ਤਾਂ ਕਿ ਪਤਾ ਲੱਗੇ ਕਿਹੜੀ ਕੰਪਨੀ ਹੈ, ਔਰ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਕੇ ਫਿਰ ਉੱਥੇ ਜਾਓ। ਅਦਰਵਾਈਜ਼ ਨਹੀਂ ਤਾਂ ਫਿਰ ਜੋ ਇਹ ਹਾਲਾਤ ਨੇ ਅਕਸਰ ਹੁੰਦੇ ਰਹਿੰਦੇ ਆ। ਜੀ ਹਾਂ, ਤੇ ਇਸ ਦੇ ਨਾਲ ਅਸੀਂ ਵੀ ਇੱਕ ਸਲਾਹ ਦੇਣੀ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਬਾਹਰ ਜਾਣਾ ਹੁੰਦਾ, ਅਕਸਰ ਅਸੀਂ ਕਰਦੇ ਕੀ ਹਾਂ ਕਿ ਜੇ ਬਾਹਰ ਜਾਣਾ ਹੋਵੇ ਅਸੀਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਸਾਰਿਆਂ ਕੋਲੋਂ ਜਾਣਕਾਰੀ ਲੁਕਾ ਕੇ ਰੱਖਦੇ ਹਾਂ ਕਿ ਅਸੀਂ ਕਿਤੇ ਚੱਲੇ ਹਾਂ, ਪਰ ਉਹ ਜਾਣਕਾਰੀ ਸਾਂਝੀ ਕਰੋਗੇ ਤੁਹਾਨੂੰ ਉਸ ਦੇਸ਼ ਦੀ ਅਸਲ ਸਥਿਤੀ ਅਸਲ ਤਸਵੀਰ ਪਤਾ ਲੱਗ ਸਕਦੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਏਜੰਟ ਨੂੰ ਪੈਸੇ ਫੜਾ ਦਿਓ, ਫਸ ਜਾਵੋ ਤੇ ਮੁੜ ਕੇ ਇੱਕ ਜਗ੍ਹਾ ਦੇਸ਼ ਵਿੱਚ ਫਸੇ ਪੈਸੇ ਤੁਹਾਡੇ ਫਸੇ ਖੁਦ ਜਾ ਕੇ ਤੁਸੀਂ ਜਦੋਂ ਉੱਥੇ ਫਸ ਜਾਂਦੇ ਹੋ ਉਹ ਉਸ ਤੋਂ ਵੀ ਨਰਕ ਭਰੀ ਜ਼ਿੰਦਗੀ ਬਣ ਜਾਂਦੀ ਹੈ ਜਿਸ ਦਾ ਤੁਸੀਂ ਕਦੇ ਕਿਆਸ ਵੀ ਨਹੀਂ ਕੀਤਾ ਹੋਣਾ। ਇਸ ਕਰਕੇ ਜਾਣਕਾਰੀ ਪਹਿਲਾਂ ਇਕੱਤਰ ਜ਼ਰੂਰ ਕਰ ਲਿਓ। ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਮਹਿਮਾਨ ਦੇ ਨਾਲ। ਤਦ ਤੱਕ ਲਈ ਮੈਨੂੰ ਅਵਨੀਤ ਸਿੰਘ ਤੇਜਾ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।